ਤਨਾਸਰੀ ਮਹਿਲਾ ਪਹਿਲਾ। ਘਰ ਦੂਜਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਗੁਰ ਸਾਗਰ ਰਤਨੀ ਭਰਪੂਰੀ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੀ। ਗੁਰ ਸਾਗਰ ਰਤਨੀ ਭਰਪੂਰੀ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੀ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮੈਂ ਹੰਸ ਪ੍ਰਾਨਪਤ ਪਾਵੈ। ਕਿਆ ਪਗ ਬਪੂੜਾ ਛਪੜੀ ਨਾਈ। ਕੀਚੜ ਡੂਬੈ ਮੈਲ ਨ ਜਾਈ। ਕਿਆ ਪਗ ਬਪੂੜਾ ਛਪੜੀ ਨਾਈ। ਕੀਚੜ ਡੂਬੈ ਮੈਲ ਨ ਜਾਈ। ਰਹਾ ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਪਿਆਰ ਵਾਲਿਓ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਜੀਵਨ ਦੇ ਕੁਝ ਕੁ ਜਿਹੜੇ ਪਲ ਨੇ ਤਿਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਕੁਝ ਸਮੇਂ ਦੇ ਲਈ ਗੁਰਮਤਿ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਗੁਰਫਤੀ ਦੇ ਨਾਲ ਸਾਂਝ ਪਾਓ। ਬੜੇ ਹੀ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨਾਂ ਦੇ ਮੁਖਾਰ ਬਿਨ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਅੰਮ੍ਰਿਤ ਵੇਲੇ ਤੋਂ ਇਸ ਪਾਵਨ ਸਥਾਨ ਉੱਪਰ ਪਾਵਨ ਹੁਕਮਨਾਮੇ ਦੇ ਤੌਰ ਤੇ ਬਖਸ਼ਿਸ਼ ਹੋਇਆ। ਧਨਾਸਰੀ ਰਾਗ ਦੇ ਅੰਦਰ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 685 ਅਤੇ 86 ਉੱਪਰ ਸੁਭਾਇਮਾਨ ਹੈ। ਪਿਆਰ ਵਾਲਿਓ ਸਤਿਗੁਰਾਂ ਨੇ ਅੱਜ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਨੂੰ ਸਮੁੰਦਰ ਅਤੇ ਜੋ ਗੁਰੂ ਦਾ ਸਿੱਖ ਹੈ ਉਸ ਪਰਮਾਤਮਾ ਦਾ ਸੇਵਕ ਉਹਨੂੰ ਹੰਸ ਦੇ ਨਾਲ ਤੁਲਨਾ ਕਰਕੇ ਗੁਰੂ ਦੀ ਮਹਾਨਤਾ ਨੂੰ ਬਿਆਨ ਕੀਤਾ ਕਿ ਗੁਰੂ ਇੱਕ ਇਹੋ ਜਿਹਾ ਸਰੋਵਰ ਹੈ, ਇਹੋ ਜਿਹਾ ਸਮੁੰਦਰ ਹੈ ਜਿਸ ਸਮੁੰਦਰ ਦੇ ਅੰਦਰ ਗੁਣਾ ਰੂਪੀ ਜਿਹੜੇ ਹੀਰੇ ਨੇ
ਰਤਨ ਨੇ ਇਹਨਾਂ ਰਤਨਾਂ ਦੇ ਨਾਲ ਇਹ ਭਰਿਆ ਹੋਇਆ, ਭਰਪੂਰ ਹੈ, ਨੱਕੋ ਨੱਕ ਭਰਿਆ ਹੋਇਆ। ਆਮ ਦੁਨਿਆਵੀ ਆਪਾਂ ਸਮੁੰਦਰ ਦੀ ਗੱਲ ਕਰੀਏ, ਉਹ ਜਿਹੜਾ ਸਮੁੰਦਰ ਹੈ ਉਹ ਪਾਣੀ ਦੇ ਨਾਲ ਨੱਕੋ ਨੱਕ ਭਰਿਆ ਹੁੰਦਾ ਹੈ। ਭਾਵੇਂ ਸਤਿਗੁਰਾਂ ਨੇ ਉਦਾਹਰਨਾਂ ਜਿਹੜੀਆਂ ਆਮ ਦੁਨਿਆਵੀ ਉਦਾਹਰਨਾਂ ਵਰਤੀਆਂ ਨੇ, ਇਹਨਾਂ ਦੁਨਿਆਵੀ ਉਦਾਹਰਨਾਂ ਦੇ ਅੰਦਰ ਵੀ ਫਿਰ ਸਤਿਗੁਰਾਂ ਨੇ ਜਿਹੜੀ ਸੇਧ ਹੈ, ਉਪਦੇਸ਼ ਹੈ, ਉਹ ਆਪਣੇ ਸਿੱਖ ਨੂੰ ਦੇਣਾ ਕੀਤਾ ਹੈ। ਕਿਵੇਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਜਾਵੇ, ਕਿਵੇਂ ਉਸ ਪਰਮਾਤਮਾ ਨੂੰ ਸਿਮਰਿਆ ਜਾਵੇ, ਉਹਦੀ ਭਗਤੀ ਕੀਤੀ ਜਾਵੇ, ਆਰਾਧਨਾ ਕੀਤੀ ਜਾਵੇ। ਤੇ ਸਤਿਗੁਰਾਂ ਨੇ ਉਦਾਹਰਨ ਦਿੱਤੀ, ਕਹਿੰਦੇ ਹੰਸ ਇੱਕ ਇਹੋ ਜਿਹਾ ਪੰਛੀ ਹੈ ਵੀ ਜਿਹੜਾ ਸਾਗਰ ਨੂੰ ਛੱਡ ਕੇ, ਸਮੁੰਦਰ ਨੂੰ ਛੱਡ ਕੇ ਕਦੇ ਵੀ ਹੋਰ ਕਿਤੇ ਨਹੀਂ ਜਾਂਦਾ। ਕਿਉਂਕਿ ਆਮ ਮੰਨਿਆ ਜਾਂਦਾ ਹੈ ਵੀ ਜਿਹੜੇ ਹੰਸ ਦੀ ਜਿਹੜੀ ਖੁਰਾਕ ਹੈ ਉਹ ਸੁੱਚੇ ਮੋਤੀ ਨੇ, ਤੇ ਇਹ ਜਿਹੜੇ ਸੁੱਚੇ ਮੋਤੀ ਮਿਲਦੇ ਸਮੁੰਦਰ ਦੇ ਵਿੱਚੋਂ ਨੇ, ਸਰੋਵਰ ਦੇ ਵਿੱਚੋਂ। ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਆਖਣ ਲੱਗੇ ਵੀ ਗੁਰੂ ਵੀ ਇੱਕ ਇਹੋ ਜਿਹਾ ਸਮੁੰਦਰ ਹੈ ਜਿਸ ਸਮੁੰਦਰ ਦੇ ਅੰਦਰ ਸਤ ਵਰਗੇ, ਸੰਤੋਖ ਵਰਗੇ, ਧੀਰਜ ਵਰਗੇ, ਧਰਮ ਵਰਗੇ, ਭਗਤੀ ਵਰਗੇ ਅਨੇਕਾਂ ਇਹੋ ਜਿਹੇ ਖਜ਼ਾਨੇ ਨੇ ਜਿਹੜੇ ਭਰਪੂਰ ਨੇ, ਭਰੇ ਹੋਏ ਨੇ। ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ। ਭਾਈ ਗੁਰਦਾਸ ਜੀ ਕਿਰਪਾ ਕਰਦੇ ਆਖਣ ਲੱਗੇ, ਕਹਿੰਦੇ ਭਾਈ ਵੈਸੇ ਤੇ ਇਸ ਦੁਨੀਆ ਦੇ ਅੰਦਰ ਅਨੇਕਾਂ ਇਹੋ ਜਿਹੇ ਮਨੁੱਖ ਨੇ ਵੀ ਜਿਹੜੇ ਸਮੁੰਦਰ ਦੇ ਕਿਨਾਰੇ ਦੇ ਉੱਤੇ ਗਏ ਹੋਣਗੇ, ਜਿਨ੍ਹਾਂ ਨੇ ਸਮੁੰਦਰ ਨੂੰ ਵੇਖਿਆ ਹੋਵੇਗਾ। ਕਈ ਇਹੋ ਜਿਹੇ ਨੇ ਜਿਹੜੇ ਕੇਵਲ ਆਨੰਦ ਮਜ਼ੇ ਦੇ ਲਈ ਲੈਣ ਲਈ ਜਾਂਦੇ ਨੇ, ਚਲੋ ਕੁਝ ਸਮੇਂ ਦੇ ਲਈ ਸਮੁੰਦਰ ਦੇ ਕਿਨਾਰੇ ਚਲੇ ਜਾਈਏ, ਤਟ ਤੇ ਚਲੇ ਜਾਈਏ। ਤੇ ਕੁਝ ਇਹੋ ਜਿਹੇ ਆਖਣ ਲੱਗੇ ਵੀ ਇਸ ਦੁਨੀਆ ਦੇ ਉੱਤੇ ਮਰਜੀਵੜੇ ਮਨੁੱਖ ਇਹੋ ਜਿਹੇ ਵੀ ਨੇ ਜਿਹੜੇ ਸਮੁੰਦਰ ਦੇ ਅੰਦਰ ਡੁਬਕੀ ਲਾਉਂਦੇ ਨੇ, ਛਲਾਂਗ ਲਗਾਉਂਦੇ ਨੇ ਤੇ ਸਮੁੰਦਰ ਦੀ ਤਹਿ ਤੱਕ ਜਾਂਦੇ ਨੇ, ਤੇ ਥੱਲੋਂ ਜਿਹੜੇ ਕੀਮਤੀ ਅਮੋਲਕ ਹੀਰੇ ਹੁੰਦੇ ਨੇ, ਰਤਨ ਹੁੰਦੇ ਨੇ, ਉਹ ਰਤਨ ਲਿਆ ਕੇ ਇਸ ਸੰਸਾਰ ਦੇ ਅੰਦਰ ਪ੍ਰਗਟ ਕਰਦੇ ਨੇ। ਕਹਿੰਦੇ ਐਵੇਂ ਹੀ ਇੱਕ ਗੁਰਬਾਣੀ ਵੀ ਇੱਕ ਸਮੁੰਦਰ ਹੈ। ਇਸ ਸਮੁੰਦਰ ਦੇ ਵਿੱਚ ਵੀ ਅਨੇਕਾਂ ਪ੍ਰਕਾਰ ਦੇ ਹੀਰੇ ਰਤਨ, ਇੱਥੋਂ ਤੱਕ ਕਿ ਇੰਨਾ ਅਮੋਲਕ ਗੁਰੂ ਦਾ ਸ਼ਬਦ ਇਹਦੇ ਅੰਦਰ ਮੌਜੂਦ ਹੈ ਵੀ ਜੇਕਰ ਕੋਈ ਮਨੁੱਖ ਇਸ ਅਮੋਲਕ ਸ਼ਬਦ ਨੂੰ ਸੱਚੇ ਮਨ ਦੇ ਨਾਲ ਪੜ੍ਹ ਲੈਂਦਾ ਹੈ, ਕਹਿੰਦੇ ਜਿੱਥੇ ਉਹਦਾ ਹਿਰਦਾ ਸ਼ੁੱਧ ਹੁੰਦਾ, ਉਹਦੇ ਨਾਲ ਨਾਲ ਉਸ ਪਰਮਾਤਮਾ ਦਾ ਮਿਲਾਪ ਵੀ ਹੁੰਦਾ ਹੈ। ਤੀਜੇ ਪਾਤਸ਼ਾਹ ਜੀ ਦਾ ਆਪਾਂ ਇੱਕ ਬਚਨ ਵੀ ਪੜ੍ਹਦੇ ਹਾਂ ਨਾ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਗੁਰੂ ਦਾ ਸ਼ਬਦ, ਗੁਰੂ ਦਾ ਬਚਨ ਇੰਨਾ ਅਮੋਲਕ ਹੈ ਵੀ ਜਿਵੇਂ ਰਤਨਾਂ ਦੇ ਨਾਲ ਕਹਿੰਦੇ ਇਹ ਜੜਿਆ ਹੋਇਆ। ਜੇਕਰ ਕਿਤੇ ਇਹ ਰਤਨਾ ਰੂਪੀ ਅਮੋਲਕ ਸ਼ਬਦ ਕਿਤੇ ਮਨੁੱਖ ਦੇ ਹਿਰਦੇ ਦੇ ਅੰਦਰ ਘਰ ਕਰ ਜਾਵੇ, ਹਿਰਦੇ ਦੇ ਅੰਦਰ ਵਸ ਜਾਵੇ, ਕਹਿੰਦੇ ਇਹ ਇੰਨਾ ਹੀ ਇਹਦੇ ਅੰਦਰ ਤਾਕਤ ਹੈ। ਇਹਦੀ ਤਾਕਤ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ, ਕਹਿੰਦੇ ਭਾਈ ਜਿੱਥੇ ਤੇਰਾ ਹਿਰਦਾ ਪਵਿੱਤਰ ਹੋਵੇਗਾ, ਸਾਫ਼ ਹੋਵੇਗਾ, ਉਹਦੇ ਨਾਲ ਨਾਲ ਤੇਰੇ ਹਿਰਦੇ ਦੇ ਅੰਦਰ ਪਰਮਾਤਮਾ ਵੀ ਆ ਵਸ ਜਾਵੇਗਾ। ਭਾਈ ਗੁਰਦਾਸ ਜੀ ਆਖਦੇ, ਕਹਿੰਦੇ ਗੁਰਬਾਣੀ ਇੰਨੀ ਅਮੋਲਕ ਹੈ, ਇੰਨੀ ਕੀਮਤੀ ਹੈ, ਇਹ ਇੱਕ ਸਮੁੰਦਰ ਦੀ ਨਿਆਈ ਹੈ, ਸਮੁੰਦਰ ਦਾ ਖਜ਼ਾਨਾ। ਕੁਝ ਕੁ ਇਹੋ ਜਿਹੇ ਨੇ ਜਿਹੜੇ ਕੇਵਲ ਗੁਰਬਾਣੀ ਨੂੰ ਕੇਵਲ ਟੂਕ ਮਾਤਰ ਪੜ੍ਹਦੇ ਨੇ, ਕੇਵਲ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਦੇ ਲਈ। ਵੈਸੇ ਤੇ ਪਿਆਰ ਵਾਲੇ ਰੱਬ ਨੂੰ ਵੀ ਬੰਦਾ ਦੋ ਤਰੀਕਿਆਂ ਨਾਲ ਯਾਦ ਕਰਦਾ ਹੈ, ਜਾਂ ਤੇ ਕਿਸੇ ਪ੍ਰਕਾਰ ਦਾ ਮਨ ਦੇ ਵਿੱਚ ਡਰ ਹੋਵੇ, ਤੇ ਜਾਂ ਮਨ ਦੇ ਅੰਦਰ ਲਾਲਸਾ ਹੋਵੇ, ਕਿਸੇ ਪ੍ਰਕਾਰ ਦਾ ਕੋਈ ਲਾਲਚ ਹੋਵੇ। ਇਸ ਦੁਨੀਆ ਦੇ ਅੰਦਰ ਅਨੇਕਾਂ ਇਹੋ ਜਿਹੇ ਮਨੁੱਖ ਨੇ, ਯਾਦ ਤੇ ਹਰੇਕ ਕੋਈ ਕਰ ਰਿਹਾ ਰੱਬ ਨੂੰ, ਪਰ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਟਾਵਾ ਇਹੋ ਜਿਹਾ ਹੋਵੇਗਾ ਜਿਹੜਾ ਰੱਬ ਦੀ ਭਗਤੀ ਵੀ ਕਰਦਾ ਹੋਵੇਗਾ,
ਰੱਬ ਦਾ ਸਿਮਰਨ ਵੀ ਕਰਦਾ ਹੋਵੇਗਾ, ਪਰ ਉਹਦੇ ਮਨ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ ਹੋਵੇਗੀ, ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਹੋਵੇਗਾ, ਕਿਸੇ ਪ੍ਰਕਾਰ ਦਾ ਕੋਈ ਮਨ ਦੇ ਅੰਦਰ ਡਰ ਨਹੀਂ ਹੋਵੇਗਾ। ਤੇ ਭਾਈ ਗੁਰਦਾਸ ਜੀ ਆਖਣ ਲੱਗੇ, ਕਹਿੰਦੇ ਜਿਵੇਂ ਸੰਸਾਰੀ ਸਮੁੰਦਰ ਦੇ ਅੰਦਰ ਕੋਈ ਮਰਜੀਵੜਾ ਜਿਹੜਾ ਮਨੁੱਖ ਆ, ਉਹ ਉਹਦੇ ਅੰਦਰ ਛਲਾਂਗ ਲਾ ਕੇ, ਡੁਬਕੀ ਲਾ ਕੇ ਸਮੁੰਦਰ ਦੀ ਤਹਿ ਤੱਕ ਜਾ ਕੇ ਉਹਦੇ ਅੰਦਰੋਂ ਜਿਹੜੇ ਅਨੇਕਾਂ ਪ੍ਰਕਾਰ ਦੇ ਕੀਮਤੀ ਹੀਰੇ, ਮੋਤੀ, ਜਵਾਹਰ, ਲਾਲ, ਜਿਹੜੇ ਕੀਮਤੀ, ਬੜੇ ਕੀਮਤੀ ਨੇ, ਉਹ ਲਿਆ ਕੇ ਫਿਰ ਸੰਸਾਰ ਦੇ ਅੰਦਰ ਪ੍ਰਗਟ ਕਰਦਾ। ਇਸੇ ਪ੍ਰਕਾਰ ਕੋਈ ਇਹੋ ਜਿਹਾ ਮਨੁੱਖ ਵੀ ਹੁੰਦਾ, ਗੁਰੂ ਦਾ ਪਿਆਰਾ ਵੀ ਇਹੋ ਜਿਹਾ ਹੋਵੇਗਾ। ਜਿਵੇਂ ਜਿਵੇਂ ਉਹ ਗੁਰਬਾਣੀ ਦੀ ਡੂੰਘਾਈ ਦੇ ਵਿੱਚ ਜਾਈ ਜਾਵੇਗਾ, ਤਿਵੇਂ ਤਿਵੇਂ ਇਹਦੇ ਅੰਦਰੋਂ ਉਹ ਕੀਮਤੀ ਜਿਹੜੇ ਅਮੋਲਕ ਜਿਹੜੇ ਰਤਨ ਨੇ ਉਹ ਮਿਲਦੇ ਜਾਣਗੇ। ਜਪਜੀ ਸਾਹਿਬ ਦੀ ਬਾਣੀ ਆਪਾਂ ਸਭ ਪੜ੍ਹਦੇ ਹਾਂ, 6ਵੀਂ ਪੌੜੀ ਨੂੰ ਪੜ੍ਹ ਕੇ ਵੇਖੋ। ਸਤਿਗੁਰਾਂ ਨੇ ਇੱਥੋਂ ਤੱਕ ਕਿਰਪਾ ਕੀਤੀ, ਕਹਿੰਦੇ ਭਾਈ ਤੂੰ ਸਭ ਕੁਝ ਛੱਡ, ਜੇਕਰ ਕਿਤੇ ਤੇਰੀ ਜ਼ਿੰਦਗੀ ਦੇ ਅੰਦਰ ਗੁਰੂ ਦਾ ਇੱਕ ਸਿੱਖ ਵੀ, ਭਾਵ ਗੁਰੂ ਦੀ ਇੱਕ ਸਿੱਖਿਆ, ਗੁਰੂ ਦਾ ਇੱਕ ਉਪਦੇਸ਼ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ, ਇੱਦਾਂ ਮੰਨ ਲਈ ਵੀ ਜਿਵੇਂ ਤੇਰੇ ਹਿਰਦੇ ਰੂਪੀ ਘਰ ਦੇ ਅੰਦਰ ਉਸ ਪਰਮਾਤਮਾ ਨੇ ਵਾਸਾ ਕਰ ਲਿਆ ਹੋਵੇ, ਤੇ ਗੁਰੂ ਦਾ ਸ਼ਬਦ ਰੂਪੀ ਜਿਹੜਾ ਅਮੋਲਕ ਰਤਨ ਹੈ ਉਹ ਤੇਰੇ ਹਿਰਦੇ ਦੇ ਅੰਦਰ ਆਵਸਣ। ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਿੱਖ ਦਾ ਭਾਵ ਅਰਥ, ਸੁਣੀ ਭਾਵ ਸੁਣਨਾ, ਗੁਰੂ ਦੀ ਇੱਕ ਸਿੱਖਿਆ ਨੂੰ ਸੁਣ ਲੈਣਾ, ਗੁਰੂ ਦੀ ਇੱਕ ਸਿੱਖਿਆ ਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰ ਲੈਣਾ। ਕਹਿੰਦੇ ਕੇਵਲ ਇੱਕ ਸਿੱਖਿਆ ਦੇ ਨਾਲ ਹੀ ਜੇਕਰ ਕਿਤੇ ਗੁਰੂ ਦੀ ਕਿਰਪਾ ਹੋ ਜਾਵੇ, ਮਤ ਵਿੱਚ ਰਤਨ ਜਵਾਹਰ ਮਾਨਕ, ਇਸ ਤੇਰੀ ਸੁਰਤ ਦੇ ਵਿੱਚ ਰਤਨਾ ਰੂਪੀ ਅਮੋਲਕ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਵਸ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਕਿਰਪਾ ਕਰਨ ਲੱਗੇ, ਆਖਣ ਲੱਗੇ ਤੈਸੇ ਕੁਰਬਾਨੀ ਵੇਖਿਆ ਸਕਲ ਪਦਾਰਥ ਹੈ, ਜੋਈ ਜੋਈ ਹੋ ਜਾਏ ਸੋਈ ਸੋਈ ਨਿਭ ਜਾਵੇ। ਕਹਿੰਦੇ ਇਸ ਗੁਰਬਾਣੀ ਦੇ ਅੰਦਰ ਵੀ ਅਨੇਕਾਂ ਅਮੋਲਕ ਕੀਮਤੀ ਰਤਨ ਇਹੋ ਜਿਹੇ ਨੇ, ਗੁਣ ਨੇ ਵੀ ਜਿਹੜਾ ਜਿਹੜਾ ਮਨੁੱਖ ਜਿਵੇਂ ਜਿਵੇਂ ਇਹਨੂੰ ਖੋਜੀ ਜਾਂਦਾ ਹੈ, ਜਿਵੇਂ ਜਿਵੇਂ ਗੁਰਬਾਣੀ ਨੂੰ ਪੜ੍ਹੀ ਜਾਂਦਾ ਹੈ, ਇਹਦੀ ਡੂੰਘਾਈ ਦੇ ਵਿੱਚ ਜਾਈ ਜਾਂਦਾ ਹੈ, ਤਿਵੇਂ ਤਿਵੇਂ ਉਹਨੂੰ ਨਵੀਂ ਤੋਂ ਨਵੀਂ ਅਮੋਲਕ ਜਿਹੜੀ ਕੀਮਤੀ ਜਿਹੜਾ ਗੁਣ ਹੈ ਉਹ ਮਿਲੀ ਜਾਂਦਾ ਹੈ। ਤੇ ਪਿਆਰ ਵਾਲਿਓ, ਸਤਿਗੁਰਾਂ ਨੇ ਅੱਜ ਕਿਰਪਾ ਹੀ ਇਹ ਕੀਤੀ, ਆਖਣ ਲੱਗੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਕਹਿੰਦੇ ਗੁਰੂ ਮਾਨੋ ਇੱਕ ਸਮੁੰਦਰ ਹੋਵੇ, ਇੱਕ ਸਾਗਰ ਹੋਵੇ, ਰਤਨੀ ਭਰਪੂਰੇ, ਤੇ ਇਹ ਜਿਹੜਾ ਸਰੋਵਰ ਰਤਨਾਂ ਦੇ ਨਾਲ, ਅਮੋਲਕ ਗੁਰੂ ਦੇ ਸ਼ਬਦਾਂ ਦੇ ਨਾਲ, ਗੁਣਾਂ ਦੇ ਨਾਲ ਭਰਿਆ ਹੋਵੇ, ਭਰਪੂਰ ਨਕੋ ਨਕ, ਤੇ ਅੰਮ੍ਰਿਤ ਸੰਤ ਚੁਗਿਆ ਨਹੀਂ ਦੂਰੇ। ਤੇ ਜਿਵੇਂ ਹੰਸ ਇਸ ਸਰੋਵਰ ਦੇ ਕਿਨਾਰੇ ਦੇ ਉੱਤੇ ਰਹਿ ਕੇ ਕੀਮਤੀ ਜਿਹੜੇ ਸੁੱਚੇ ਮੋਤੀ ਚੁਗਦਾ ਹੈ, ਇਸੇ ਪ੍ਰਕਾਰ ਕਹਿੰਦੇ ਜਿਹੜੇ ਗੁਰੂ ਦੇ ਸੰਤ ਜਨ ਨੇ, ਉਹ ਫਿਰ ਗੁਰੂ ਦੇ ਸੇਵਕ ਨੇ, ਉਹ ਫਿਰ ਇਸ ਗੁਰੂ ਦੇ ਦਰ ਦੇ ਉੱਤੇ ਰਹਿ ਕੇ ਉਹ ਫਿਰ ਇਸ ਗੁਰਬਾਣੀ ਦੇ ਵਿੱਚੋਂ ਜਿਹੜੇ ਅਮੋਲਕ ਜਿਹੜੇ ਪਦਾਰਥ ਨੇ ਉਹਦੇ ਨਾਲ ਆਪਣਾ ਜੀਵਨ ਬਸਰ ਕਰਦੇ ਨੇ। ਪਿਆਰ ਵਾਲਿਓ, ਗੁਰਬਾਣੀ ਬੜੀ ਕੀਮਤੀ ਹੈ, ਬੜੀ ਅਮੋਲਕ ਹੈ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਤਿਹਾਸ ਦੇ ਵਿੱਚੋਂ ਇੱਕ ਨਿੱਕੀ ਜਿਹੀ ਘਟਨਾ ਸਾਂਝੀ ਕਰਾਂ, ਕਿੰਨੀ ਇਹ ਕੀਮਤੀ ਹੈ, ਜਿਹਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪਣੀ ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਹੈ ਉਹ ਇੱਕ ਸਿੱਖ ਨੂੰ ਦੇਣ ਦੇ ਲਈ ਤਿਆਰ ਹੋ ਗਏ, ਕੇਵਲ ਕਿਹਦੇ ਕਰਕੇ? ਇਕਾਗਰਤਾ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਕਰਨ ਦੇ ਕਰਕੇ। ਭਾਵੇਂ ਜੰਗਾਂ ਯੁੱਧਾਂ ਦੇ ਸਮੇਂ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਗੁਰਬਾਣੀ ਨੂੰ ਨਹੀਂ ਉਚਾਰਿਆ, ਆਪ ਗੁਰਬਾਣੀ ਨੂੰ ਨਹੀਂ ਲਿਖਿਆ, ਪਰ ਮਨ ਦੇ ਵਿੱਚ, ਹਿਰਦੇ ਦੇ ਅੰਦਰ ਗੁਰਬਾਣੀ ਦੇ ਪ੍ਰਤੀ ਬੜੀ ਸ਼ਰਧਾ ਆ, ਬੜੀ ਭਾਵਨਾ ਆ, ਬੜਾ ਸਤਿਕਾਰ। ਇਤਿਹਾਸਕਾਰ ਇੱਥੋਂ ਤੱਕ ਇਹ ਗੱਲ ਲਿਖਦੇ ਨੇ, ਕਹਿੰਦੇ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਦੀਵਾਨ ਸਜਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੀਵਾਨਾਂ ਦੇ ਵਿੱਚ ਜਦੋਂ ਗੁਰਬਾਣੀ ਨੂੰ ਪੜ੍ਹਿਆ ਜਾਂਦਾ, ਉਹਦਾ ਪਾਠ ਹੁੰਦਾ,
ਜਦੋਂ ਸ਼ਬਦ ਕੀਰਤਨ ਹੁੰਦਾ ਹੈ, ਕਹਿੰਦੇ ਇੰਨੇ ਗੁਰਬਾਣੀ ਦੇ ਵਿੱਚ ਭਿੱਜ ਜਾਂਦੇ, ਇੰਨੇ ਰਤੇ ਜਾਂਦੇ ਵੀ ਇਹਨਾਂ ਨੂੰ ਆਲੇ ਦੁਆਲੇ ਦੀ ਸੁੱਧ ਬੁੱਧ ਕੁਝ ਨਾ ਰਹਿੰਦੀ, ਕੇਵਲ ਗੁਰਬਾਣੀ ਦੇ ਵਿੱਚ ਮਨ ਲੱਗਾ ਰਹਿੰਦਾ। ਕਹਿੰਦੇ ਇੱਕ ਦਿਨ ਦੀਵਾਨ ਲੱਗਾ ਹੋਇਆ ਸੀ, ਦੀਵਾਨ ਸੱਜਿਆ, ਰਬਾਬੀ ਜਿਹੜੇ ਸਿੰਘ ਸਨ ਵੀ ਉਹਨਾਂ ਨੇ ਸ਼ਬਦ ਕੀਰਤਨ ਕੀਤਾ। ਸ਼ਬਦ ਕੀਰਤਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਪਾਤਸ਼ਾਹ ਜੀ ਜਿਹੜੀਆਂ ਸੰਗਤਾਂ ਉਹਨਾਂ ਦੇ ਦਰ ਦੇ ਉੱਤੇ ਹੁੰਦੀਆਂ ਸਨ ਤੇ ਉਹਨਾਂ ਨੂੰ ਆਪ ਕੁਝ ਉਪਦੇਸ਼ ਦੇ ਕੇ ਸਮਝਾਉਣਾ ਕਰਦੇ ਸਨ ਵੀ ਜੀਵਨ ਨੂੰ ਕਿਵੇਂ ਸਫਲਾ ਕਰਨਾ ਹੈ। ਤੇ ਇਤਿਹਾਸਕਾਰਾਂ ਇਹ ਗੱਲ ਲਿਖੀ ਵੀ ਉਸ ਦਿਨ ਸਤਿਗੁਰਾਂ ਨੇ ਇੱਕ ਜੋ ਵਿਸ਼ਾ ਤੋਰਿਆ ਵੀ ਉਹ ਵਿਸ਼ਾ ਸੀ ਗੁਰਬਾਣੀ ਦੇ ਸ਼ੁੱਧ ਪਾਠ ਕਰਨ ਦੀ ਮਹੱਤਤਾ ਕੀ ਹੈ। ਜੇਕਰ ਕੋਈ ਮਨੁੱਖ ਸੱਚੇ ਮਨ ਦੇ ਨਾਲ ਗੁਰਬਾਣੀ ਦਾ ਸ਼ੁੱਧ ਪਾਠ ਕਰਦਾ ਹੈ ਤੇ ਉਹਦੇ ਨਾਲ ਗੁਰੂ ਦੀਆਂ ਕੀ ਬਖਸ਼ਿਸ਼ਾਂ ਹੁੰਦੀਆਂ ਨੇ ਉਹਦੇ ਉੱਤੇ। ਤੇ ਜਿੱਥੇ ਇਹ ਸਤਿਗੁਰੂ ਪਾਤਸ਼ਾਹ ਦੀ ਇਹ ਮਹੱਤਤਾ ਨੂੰ ਦੱਸਦੇ ਹੋਏ ਇਹ ਗੱਲ ਦੱਸ ਰਹੇ ਸਨ ਸੰਗਤ ਨੂੰ ਵੀ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਦੇ ਨਾਲ ਜਿੱਥੇ ਹਿਰਦਾ ਵੀ ਸ਼ੁੱਧ ਹੁੰਦਾ ਹੈ, ਉਹਦੇ ਨਾਲ ਨਾਲ ਪਰਮਾਤਮਾ ਦਾ ਮਿਲਾਪ ਵੀ ਹੁੰਦਾ ਹੈ। ਤੇ ਵਿਚਾਰ ਕਰਦਿਆਂ ਕਰਦਿਆਂ ਵੀ ਸਤਿਗੁਰਾਂ ਨੇ ਇੱਕ ਸਵਾਲ ਸਿੱਖਾਂ ਦੇ ਅੱਗੇ ਰੱਖਿਆ। ਬੜੇ ਸਿੱਖ ਬੈਠੇ ਹੋਏ ਨੇ ਸਤਿਗੁਰਾਂ ਦੇ ਦਰ ਦੇ ਉੱਤੇ। ਇੱਕ ਸਵਾਲ ਇਹ ਰੱਖਿਆ ਵੀ ਆਖਣ ਲੱਗੇ ਵੀ ਤੁਹਾਡੇ ਵਿੱਚੋਂ ਕੋਈ ਇੱਕ ਸਿੱਖ ਉੱਠ ਕੇ ਮੈਨੂੰ ਸ਼ੁੱਧ ਤੇ ਸਪਸ਼ਟ ਜਿਹੜਾ ਸ਼ੁੱਧ ਉਚਾਰਨ ਦੇ ਵਿੱਚ ਜਪਜੀ ਸਾਹਿਬ ਦਾ ਇੱਕ ਪਾਠ ਸੁਣਾਵੇ। ਵੈਸੇ ਤੇ ਗੁਰਬਾਣੀ ਤੇ ਹਰੇਕ ਕੋਈ ਸਿੱਖ ਪੜ੍ਹਦਾ ਸੀ। ਇੱਥੋਂ ਤੱਕ ਕਈ ਤੇ ਸਿੱਖ ਇਹੋ ਜਿਹੇ ਸਨ ਵੀ ਜਿਨ੍ਹਾਂ ਨੂੰ ਗੁਰਬਾਣੀ ਯਾਦ ਸੀ, ਜ਼ੁਬਾਨੀ ਯਾਦ ਸੀ, ਗੁਰਬਾਣੀ ਉਹ ਬਾਹਰ ਪੜ੍ਹ ਲੈਂਦੇ ਸਨ ਜ਼ੁਬਾਨੀ। ਪਰ ਹੁਣ ਸਤਿਗੁਰਾਂ ਨੇ ਜਦੋਂ ਇਹ ਸਵਾਲ ਕੀਤਾ ਵੀ ਕੌਣ ਜੁਰਤ ਕਰੇ ਸਤਿਗੁਰਾਂ ਦੇ ਕੋਲ, ਮਨ ਦੇ ਵਿੱਚ ਇੱਕ ਡਰ ਵੀ ਇੱਕ ਭੈ ਵੀ, ਕਿਤੇ ਇਹ ਨਾ ਹੋਵੇ ਵੀ ਅਸੀਂ ਗੁਰਬਾਣੀ ਪੜ੍ਹਦੇ ਹੋਈਏ, ਪਾਠ ਸੁਣਾਉਂਦੇ ਹੋਈਏ ਤੇ ਕੋਈ ਗਲਤੀ ਹੋ ਜਾਵੇ, ਸਤਿਗੁਰੂ ਪਾਤਸ਼ਾਹ ਜੀ ਕੀ ਸੋਚਣਗੇ। ਕਈ ਵਾਰੀ ਗੁਰਬਾਣੀ ਆਪਾਂ ਵੀ ਪੜ੍ਹਦੇ ਹਾਂ, ਕਈਆਂ ਨੂੰ ਪਾਠ ਯਾਦ ਵੀ ਹੁੰਦਾ ਹੈ, ਪਰ ਜੇਕਰ ਕੋਈ ਕਿਤੇ ਆਖ ਦੇਵੇ ਵੀ ਤੁਸੀਂ ਪਾਠ ਕਰਨਾ ਹੈ ਤੇ ਬੰਦਾ ਉੱਥੇ ਡਰ ਜਾਂਦਾ, ਆਖਦਾ ਕੀ ਪਤਾ ਕਿਤੇ ਮੈਂ ਭੁੱਲ ਨਾ ਜਾਵਾਂ, ਕਿਤੇ ਕੋਈ ਗਲਤੀ ਨਾ ਹੋ ਜਾਵੇ, ਮਨ ਦੇ ਵਿੱਚ ਇੱਕ ਡਰ। ਇਹੀ ਗੱਲ ਹੋਈ ਵੀ ਜਦੋਂ ਸਤਿਗੁਰਾਂ ਨੇ ਸਵਾਲ ਕੀਤਾ, ਦੁਬਾਰਾ ਤੋਂ ਫਿਰ ਇਹ ਸਵਾਲ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਵੀ ਕੋਈ ਸਿੱਖ ਉੱਠੇ ਤੇ ਉੱਠ ਕੇ ਮੈਨੂੰ ਜਪਜੀ ਸਾਹਿਬ ਦਾ ਸ਼ੁੱਧ ਤੇ ਸਪਸ਼ਟ ਜਿਹੜਾ ਪਾਠ ਪੜ੍ਹ ਕੇ ਸੁਣਾਵੇ, ਪਾਠ ਸੁਣਾਵੇ। ਤੇ ਕੋਈ ਵੀ ਨਾ ਉੱਠਿਆ। ਇੰਨੇ ਨੂੰ ਇੱਕ ਸਿੱਖ ਉੱਠਿਆ ਤੇ ਉਹਨੇ ਸਤਿਗੁਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਵੀ ਆਖਣ ਲੱਗਾ, ਸਤਿਗੁਰੂ ਤੁਸੀਂ ਜੋ ਮੰਗ ਰੱਖੀ ਹੈ ਵੀ ਇਹ ਸਵਾਲ ਰੱਖਿਆ ਵੀ ਇਹ ਗੱਲ ਆਖੀ ਵੀ ਕੋਈ ਸ਼ੁੱਧ ਪਾਠ ਸੁਣਾਵੇ, ਮੈਂ ਇਸ ਚੀਜ਼ ਦਾ ਦਾਅਵਾ ਤੇ ਨਹੀਂ ਕਰ ਸਕਦਾ ਵੀ ਮੈਂ ਤੁਹਾਨੂੰ ਸ਼ੁੱਧ ਗੁਰਬਾਣੀ ਪੜ੍ਹ ਕੇ ਸੁਣਾਵਾਂਗਾ, ਕਿਉਂਕਿ ਮੇਰੇ ਕੋਲ ਇੰਨੀ ਮੱਤ ਨਹੀਂ, ਇੰਨੀ ਤੁੱਛ ਬੁੱਧੀ ਨਹੀਂ। ਹਾਂ, ਮੈਂ ਕੇਵਲ ਇੱਕ ਕੋਸ਼ਿਸ਼ ਜ਼ਰੂਰ ਕਰ ਸਕਦਾ। ਤੇ ਸਤਿਗੁਰਾਂ ਨੇ ਆਖਿਆ ਠੀਕ ਵੀ ਸਾਹਮਣੇ ਜਿੱਥੇ ਆਪ ਸਿੰਘਾਸਨ ਦੇ ਉੱਤੇ ਬੈਠੇ ਹੋਏ ਸਨ, ਇੱਕ ਪਲੰਗ ਡਾਇਆ ਕਿ ਕਹਿੰਦੇ ਆਖਣ ਲੱਗੇ ਵੀ ਇਸ ਪਲੰਗ ਦੇ ਉੱਪਰ ਬੈਠ ਜਾਓ। ਤੇ ਇਹ ਪਲੰਗ ਦੇ ਉੱਪਰ ਬਹਿ ਕੇ ਭਾਜੀ ਦਾ ਇਤਿਹਾਸਕਾਰਾਂ ਨਾਮ ਲਿਖਿਆ ਭਾਈ ਗੋਪਾਲਾ ਜੀ, ਇਹ ਬਿਠਾਇਆ ਗਿਆ। ਇਹ ਜਿਵੇਂ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ, ਇਹਨੇ ਪਾਠ ਕਰਨਾ ਸ਼ੁਰੂ ਕੀਤਾ ਤੇ ਇੰਨੀ ਇਕਾਗਰਤਾ ਦੇ ਵਿੱਚ ਇਹਨੇ ਪਾਠ ਕੀਤਾ ਵੀ ਕਹਿੰਦੇ ਵੀ ਜਿੰਨੀ ਵੀ ਸੰਗਤ ਬੈਠੀ ਹੋਈ ਸੀ, ਸਾਰੀ ਸੰਗਤ ਜਿਹੜੀ ਚੁੱਪ ਛਾ ਗਈ, ਵਿੱਚ ਕਿਸੇ ਪ੍ਰਕਾਰ ਦਾ ਕੋਈ ਰੌਲਾ ਨਹੀਂ, ਚੁੱਪ ਕਰਕੇ ਬੈਠ ਗਏ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਵੀ ਇੰਨੀ ਇਕਾਗਰਤਾ ਦੇ ਵਿੱਚ ਆ ਗਏ ਵੀ ਆਪਣੇ ਆਸਣ ਦੇ ਉੱਤੇ ਬੈਠੇ ਹੋਏ ਨੇ, ਮਨ ਦੇ ਵਿੱਚ ਇਹ ਵੀ ਵਿਚਾਰ ਸੋਚਦੇ ਪਏ ਨੇ ਵੀ ਸਿੱਖ ਇੰਨੀ ਇਕਾਗਰਤਾ ਦੇ ਨਾਲ ਗੁਰਬਾਣੀ ਪੜ੍ਹਦਾ ਪਿਆ ਵੀ ਹੁਣ ਇਹਨੂੰ ਇਨਾਮ ਵੀ ਦਿੱਤਾ ਜਾਣਾ, ਵੀ ਇਨਾਮ ਕੀ ਦਈਏ। ਇਤਿਹਾਸਕਾਰਾਂ ਲਿਖਿਆ ਵੀ ਮਨ ਦੇ ਵਿੱਚ ਇਹ ਵਿਚਾਰ ਚੱਲਦੀ ਪਈ ਹੈ ਵੀ ਗੁਰਬਾਣੀ ਦੇ ਬਰਾਬਰ ਇਸ ਦੁਨੀਆ ਦੇ ਅੰਦਰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਇਹਨੂੰ ਦੇ ਦਈਏ, ਕਿਉਂਕਿ ਗੁਰਬਾਣੀ ਹੈ ਹੀ ਇੰਨੀ ਅਮੋਲਕ, ਗੁਰੂ ਦੇ ਬੋਲਣੇ, ਗੁਰੂ ਦੇ ਬਚਨ ਨੇ। ਤੇ ਮਨ ਦੇ ਵਿੱਚ ਇਹ ਵਿਚਾਰ ਆਈ ਕਿਉਂ ਨਾ ਇਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਹੈ, ਗੁਰਿਆਈ ਬਖਸ਼ ਦਿੱਤੀ ਜਾਵੇ।
ਤੇ ਇਤਿਹਾਸਕਾਰ ਲਿਖਦੇ ਵੀ ਜਿਸ ਆਸਣ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਸਨ ਸਿੰਘਾਸਣ ਦੇ ਉੱਤੇ, ਤੇ ਜਿਵੇਂ ਜਿਵੇਂ ਇਹ ਭਾਈ ਗੋਪਾਲਾ ਜੀ ਗੁਰਬਾਣੀ ਪੜ੍ਹਦੇ ਪਏ ਨੇ, ਜਪਜੀ ਸਾਹਿਬ ਦਾ ਪਾਠ ਕਰਦੇ ਪਏ ਨੇ, ਇੰਨੀ ਇਕਾਗਰਤਾ ਨੂੰ ਵੇਖਦਿਆਂ ਹੋਇਆਂ ਕਹਿੰਦੇ ਸਤਿਗੁਰੂ ਆਪਣੇ ਆਸਣ ਨੂੰ ਛੱਡ ਕੇ ਥੋੜਾ ਥੋੜਾ ਆਸਣ ਤੋਂ ਥੱਲੇ ਨੂੰ ਆਉਣ ਲੱਗ ਪਏ ਵੀ ਥੱਲੇ ਬਹਿ ਜਾਈਏ। ਜਿਵੇਂ ਸਮਾਪਤੀ ਹੋਵੇਗੀ ਤੇ ਇਹਨਾਂ ਨੂੰ ਖੁਸ਼ੀ ਦੇ ਵਿੱਚ ਇਹ ਗੁਰਿਆਈ ਬਖਸ਼ ਦੇਵਾਂਗੇ। ਤੇ ਹੋਇਆ ਕਿ ਕਹਿੰਦੇ ਇਧਰੋਂ ਭਾਈ ਗੋਪਾਲਾ ਜੀ ਬਾਣੀ ਪੜ੍ਹਦੇ ਪਏ ਨੇ, ਕਿਉਂਕਿ ਜਿੱਥੇ ਗੁਰੂ ਸਿੱਖਿਆ ਦਿੰਦਾ ਹੈ ਕਈ ਵਾਰੀ ਇਹੋ ਜਿਹੀ ਗੁਰੂ ਪ੍ਰੀਖਿਆ ਵੀ ਲੈਂਦਾ ਜਿਹਦੇ ਵਿੱਚੋਂ ਪਾਸ ਹੋਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤੇ ਇਧਰੋਂ ਭਾਈ ਗੋਪਾਲਾ ਜੀ ਦੇ ਹੁਣ ਜਦੋਂ ਇਧਰੋਂ ਪਾਠ ਦੀ ਸਮਾਪਤੀ ਹੋਣ ਵਾਲੀ ਹੈ, ਮਨ ਦੇ ਵਿੱਚ ਇਹ ਵਿਚਾਰ ਆ ਗਏ ਵੀ ਜੇਕਰ ਕਿਤੇ ਸਤਿਗੁਰੂ ਪਾਤਸ਼ਾਹ ਜੀ ਮੇਰੇ ਤੋਂ ਪੁੱਛ ਲੈਣ ਵੀ ਭਾਈ ਤੈਨੂੰ ਕੀ ਚਾਹੀਦਾ, ਮੈਂ ਤੇ ਕੇਵਲ ਇੱਕ ਗੱਲ ਆਖਾਂਗਾ, ਸਤਿਗੁਰੂ ਜਿਸ ਘੋੜੇ ਦੇ ਉੱਤੇ ਤੁਸੀਂ ਸਵਾਰੀ ਕਰਦੇ ਹੋ ਇਹ ਭਾਈ ਸੁਭਾਗੇ ਨੇ ਜਿਹੜਾ ਤੁਹਾਨੂੰ ਘੋੜਾ ਦਿੱਤਾ, ਜਿਹਦਾ ਇਤਿਹਾਸਕਾਰਾਂ ਜਿਹੜੀ ਕੀਮਤ 1.25 ਲੱਖ ਤੋਂ ਉੱਪਰ ਦੱਸੀ ਸੀ ਉਸ ਸਮੇਂ ਦੀ ਕੀਮਤ, ਕਹਿੰਦੇ ਵੀ ਇੰਨੀ ਕੀਮਤ ਹੈ ਵੀ ਜੇਕਰ ਸਤਿਗੁਰੂ ਪਾਤਸ਼ਾਹ ਜੀ ਮੇਰੇ ਤੋਂ ਪੁੱਛਣ ਮੈਂ ਤੇ ਕੇਵਲ ਇਹ ਗੱਲ ਆਖਾਂਗਾ ਵੀ ਸਤਿਗੁਰੂ ਜਿਸ ਘੋੜੇ ਦੇ ਉੱਤੇ ਤੁਸੀਂ ਸਵਾਰੀ ਕਰਦੇ ਹੋ ਮੈਨੂੰ ਇਹ ਘੋੜਾ ਦੇ ਦਿਓ। ਪਰ ਉਧਰ ਸਤਿਗੁਰੂ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਹੋਰ ਵਿਚਾਰ ਚੱਲ ਰਹੀ ਹੈ। ਤੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਤੇ ਹੁਣ ਮਨ ਦੀਆਂ ਜਾਣਨ ਵਾਲੇ ਨੇ, ਇਧਰੋਂ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਚੱਲ ਰਹੀ ਹੈ ਤੇ ਉਧਰੋਂ ਸਤਿਗੁਰੂ ਪਾਤਸ਼ਾਹ ਜੀ ਜਿਵੇਂ ਆਸਣ ਤੋਂ ਥੱਲੇ ਆ ਰਹੇ ਸਨ ਤੇ ਦੁਬਾਰਾ ਤੋਂ ਫਿਰ ਆਪਣੇ ਆਸਣ ਦੇ ਉੱਪਰ ਜਾ ਕੇ ਬੈਠ ਗਏ। ਇਧਰੋਂ ਸਮਾਪਤੀ ਹੋਈ, ਸ਼ਲੋਕ ਪੜਿਆ ਗਿਆ, ਸੰਗਤ ਨੇ ਵੀ ਬੜੀ ਵਾਹ ਵਾਹ ਕੀਤੀ, ਸਤਿਗੁਰੂ ਜੀ ਵੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਮਨ ਦੇ ਵਿੱਚ ਇਹ ਭਾਈ ਗੋਪਾਲਾ ਜੀ ਵੀ ਬੜੇ ਪ੍ਰਸੰਨ, ਬੜੇ ਖੁਸ਼ ਵੀ ਗੁਰਬਾਣੀ ਪੜ੍ਹੀ ਹੈ, ਇੰਨੀ ਇਕਾਗਰਤਾ ਦੇ ਵਿੱਚ ਪੜ੍ਹੀ ਹੈ, ਹੁਣ ਮੈਨੂੰ ਸਤਿਗੁਰੂ ਪਾਤਸ਼ਾਹ ਜੀ ਪੁੱਛਣਗੇ ਵੀ ਤੁਹਾਨੂੰ ਕੀ ਚਾਹੀਦਾ, ਕਿਉਂਕਿ ਸਤਿਗੁਰਾਂ ਨੇ ਇਹ ਗੱਲ ਆਖੀ ਸੀ ਵੀ ਜੋ ਵੀ ਕੋਈ ਮੰਗੇਗਾ ਉਹਨੂੰ ਉਹ ਚੀਜ਼ ਦਿੱਤੀ ਜਾਵੇਗੀ। ਤੇ ਇਹ ਸਤਿਗੁਰੂ ਪਾਤਸ਼ਾਹ ਜੀ ਬੈਠੇ ਵੀ ਆਖਣ ਲੱਗੇ ਭਾਈ ਗੋਪਾਲਾ ਮੰਗ ਕੀ ਮੰਗਣਾ ਚਾਹੁੰਦਾ, ਇਹਨੇ ਹੱਥ ਜੋੜ ਕੇ ਬੇਨਤੀ ਇਹ ਕੀਤੀ ਵੀ ਆਖਣ ਲੱਗੇ ਸਤਿਗੁਰੂ ਜਿਸ ਘੋੜੇ ਦੇ ਉੱਤੇ ਤੁਸੀਂ ਸਵਾਰੀ ਕਰਦੇ ਹੋ ਇਹ ਭਾਈ ਸੁਭਾਗੇ ਨੇ ਦਿੱਤਾ ਵੀ ਮੈਨੂੰ ਉਹ ਘੋੜਾ ਬਖਸ਼ ਦਿਓ, ਉਹ ਘੋੜਾ ਦੇ ਦਿਓ। ਤੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾਏ, ਹੱਸ ਪਏ ਤੇ ਇਹਨਾਂ ਕੋਲ ਬੈਠੇ ਹੋਏ ਸਿੱਖਾਂ ਨੇ ਪੁੱਛਿਆ ਵੀ ਆਖਣ ਲੱਗੇ ਸਤਿਗੁਰੂ ਵੀ ਜਦੋਂ ਇਹ ਗੁਰਬਾਣੀ ਪੜ੍ਹਦੇ ਪਏ ਸਨ ਤੇ ਆਪ ਜੀ ਆਸਣ ਦੇ ਉੱਪਰ ਬੈਠੇ ਹੋਏ ਸੋ ਤੇ ਹੌਲੀ ਹੌਲੀ ਥੱਲੇ ਆ ਰਹੇ ਸੋ, ਜਿਵੇਂ ਇਹਨਾਂ ਨੇ ਸਮਾਪਤੀ ਕੀਤੀ ਦੁਬਾਰਾ ਫਿਰ ਜਾ ਕੇ ਬੈਠ ਗਏ, ਕਾਰਨ ਕੀ ਹੋਇਆ? ਤੇ ਸਤਿਗੁਰਾਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਵੀ ਸ਼ੁਰੂ ਦੇ ਵਿੱਚ ਤੇ ਇਹ ਇੰਨੀ ਇਕਾਗਰਤਾ ਦੇ ਵਿੱਚ ਗੁਰਬਾਣੀ ਪੜ੍ਹਦਾ ਪਿਆ ਸੀ, ਮਨ ਦੇ ਵਿੱਚ ਇਹ ਵਿਚਾਰ ਆਈ ਕਿਉਂ ਨਾ ਇਹਨੂੰ ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਦੇ ਦਈਏ, ਕਿਉਂਕਿ ਇਹਦੇ ਬਰਾਬਰ ਦੀ ਹੋਰ ਕੋਈ ਕੀਮਤੀ ਚੀਜ਼ ਨਹੀਂ ਗੁਰਬਾਣੀ ਦੇ ਬਰਾਬਰ। ਤੇ ਕਹਿੰਦੇ ਪਰ ਜਦੋਂ ਇਹ ਅੰਤਲੀਆਂ ਪੰਕਤੀਆਂ ਤੇ ਆਏ ਤੇ ਉੱਥੇ ਆ ਕੇ ਇਹਦੇ ਮਨ ਦੀ ਇਕਾਗਰਤਾ ਜਦੋਂ ਭੰਗ ਹੋਈ, ਇਹਨਾਂ ਦੇ ਮਨ ਦੇ ਵਿੱਚ ਵਿਚਾਰ ਕੋਈ ਹੋਰ ਚੱਲਣ ਲੱਗ ਪਿਆ ਤੇ ਦੁਬਾਰਾ ਫਿਰ ਅਸੀਂ ਆਪਣੀ ਗੁਰਿਆਈ ਤੇ ਬੈਠ ਗਏ, ਆਸਣ ਤੇ ਬੈਠ ਗਏ। ਹਾਂ, ਜੋ ਇਹਨਾਂ ਨੇ ਮੰਗ ਮੰਗੀ ਸੀ ਉਹ ਇਹਨਾਂ ਨੂੰ ਮੰਗ ਦੇ ਦਿੱਤੀ। ਇਹਨਾਂ ਨੇ ਇੱਕ ਘੋੜੇ ਦੀ ਮੰਗ ਕੀਤੀ, ਜਿਸ ਘੋੜੇ ਦੇ ਉੱਤੇ ਅਸੀਂ ਸਵਾਰੀ ਕਰਦੇ ਹਾਂ ਉਹ ਘੋੜਾ ਦੇ ਦਿੱਤਾ। ਤੇ ਇਹ ਭਾਈ ਗੋਪਾਲਾ ਜੀ ਨੇ ਹੱਥ ਜੋੜ ਕੇ ਸਵੀਕਾਰ ਕੀਤਾ, ਆਖਣ ਲੱਗਾ ਸਤਿਗੁਰੂ ਮੇਰੇ ਮਨ ਦੇ ਵਿੱਚ ਜਦੋਂ ਮੈਂ ਪਹਿਲਾਂ ਪੜ੍ਹਦਾ ਪਿਆ ਸਾਂ ਕੋਈ ਮਨ ਦੇ ਵਿੱਚ ਲਾਲਸਾ ਨਹੀਂ ਸੀ, ਇਕਾਗਰਤਾ ਦੇ ਵਿੱਚ ਪੜ੍ਹ ਰਿਹਾ ਸਾਂ, ਪਰ ਜਦੋਂ ਅੰਤਲੀਆਂ ਪੰਕਤੀਆਂ ਦੇ ਵਿੱਚ ਆਇਆ ਮਨ ਦੇ ਵਿੱਚ ਲਾਲਸਾ ਪੈਦਾ ਹੋ ਗਈ। ਤੇ ਇਹ ਲਾਲਸਾ ਪੈਦਾ ਹੋਈ ਤੇ ਆਪ ਜੀ ਨੇ ਫਿਰ ਉਹ ਲਾਲਸਾ ਨੂੰ ਪੂਰਾ ਵੀ ਕੀਤਾ, ਉਹ ਇੱਛਾ ਨੂੰ ਪੂਰਾ ਵੀ ਕੀਤਾ ਜੋ ਤੁਸੀਂ ਮੰਗ ਕੀਤੀ ਸੀ, ਇਹ ਮੰਗ ਪੂਰੀ ਵੀ ਹੋਈ ਹੈ। ਸੋ ਪਿਆਰ ਵਾਲਿਓ, ਗੁਰੂ ਦਾ ਸ਼ਬਦ ਇੰਨਾ ਅਮੋਲਕ ਹੈ, ਇੰਨਾ ਕੀਮਤੀ ਹੈ ਵੀ ਜੇਕਰ ਕੋਈ ਇਕਾਗਰਤਾ ਦੇ ਨਾਲ ਮਨ ਲਾ ਕੇ ਗੁਰਬਾਣੀ ਨੂੰ ਪੜ੍ਹਦਾ ਤੇ ਗੁਰੂ ਇੰਨੀਆਂ ਬਖਸ਼ਿਸ਼ਾਂ ਵੀ ਕਰਦਾ ਹੈ, ਉਹਦੇ ਜਿੱਤੇ ਹਿਰਦੇ ਨੂੰ ਸ਼ੁੱਧ ਕਰਦਾ, ਉਹਦੇ ਨਾਲ ਨਾਲ ਉਸ ਦਾ ਮਿਲਾਪ ਪਰਮਾਤਮਾ ਦੇ ਨਾਲ ਕਰਾ ਦਿੰਦਾ ਹੈ। ਆਪਣੇ ਵਿਚਾਰ ਹੋਏ ਸੀ, ਸ਼ਬਦ ਹੋਏ ਸੀ, ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ
ਸਰਵਰ ਮੈਂ ਹੰਸ ਪ੍ਰਾਨਪਤ ਪਾਵੈ। ਗੁਰੂ ਇੱਕ ਸਰੋਵਰ ਹੈ ਤੇ ਇਸ ਸਰੋਵਰ ਰਤਨਾਂ ਦੇ ਨਾਲ, ਅਮੋਲਕ ਰਤਨਾਂ ਦੇ ਨਾਲ ਭਰਿਆ ਹੋਇਆ ਹੈ ਨਕੋ ਨਕ, ਤੇ ਅੰਮ੍ਰਿਤ ਸੰਤ ਚੁਗਿਆ ਨਹੀਂ ਦੂਰੇ। ਜਿਵੇਂ ਜਿਹੜਾ ਹੰਸ ਹੈ ਉਹ ਸਰੋਵਰ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ, ਇਸੇ ਪ੍ਰਕਾਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰੂ ਦਾ ਦਰ ਛੱਡ ਕੇ ਫਿਰ ਕਿਤੇ ਆਲੇ ਦੁਆਲੇ ਨਹੀਂ ਭਟਕਦਾ। ਤੇ ਹਰ ਰਸ ਚੋਗ ਚੁਗਿਆ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨਪਤ ਪਾਵੈ। ਤੇ ਕਹਿੰਦੇ ਜਿਵੇਂ ਸਰੋਵਰ ਦੇ ਉੱਤੇ ਹੀ ਜਿਹੜਾ ਹੰਸ ਹੈ ਉਹ ਹੰਸ ਦਾ ਜਨਮ ਵੀ ਹੁੰਦਾ ਹੈ, ਉੱਥੇ ਹੀ ਜਿਉਂਦਾ ਹੈ, ਉੱਥੇ ਹੀ ਉਹ ਆਪਣੇ ਸਵਾਸ ਤਿਆਗਦਾ ਹੈ। ਇਸੇ ਪ੍ਰਕਾਰ ਇਹ ਜਿਹੜਾ ਗੁਰੂ ਦਾ ਸੇਵਕ ਹੈ ਇਹ ਗੁਰੂ ਦੇ ਦਰ ਦੇ ਉੱਤੇ ਰਹਿ ਕੇ ਹੀ ਇੱਥੇ ਹੀ ਉਹ ਜੰਮਦਾ, ਇੱਥੇ ਹੀ ਉਹਦੀ ਮੌਤ ਹੁੰਦੀ ਹੈ। ਭਾਵ ਇੱਥੇ ਉਹ ਆਤਮਿਕ ਜੀਵਨ ਦੇ ਵਿੱਚ ਉਹ ਗੁਰੂ ਦੇ ਬਚਨਾਂ ਨੂੰ ਵਸਾਉਂਦਾ ਹੈ ਤੇ ਹਰ ਸਮੇਂ ਗੁਰੂ ਦੀ ਮੱਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ ਹੈ। ਕਿਆ ਬਗ ਬਪੁੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਕਹਿੰਦੇ ਦੂਜੇ ਪਾਸੇ ਉਦਾਹਰਨ ਦਿੱਤੀ ਬਗਲੇ ਦੀ। ਕਹਿੰਦੇ ਬਗਲਾ ਭਾਵੇਂ ਹੁਣ ਛਪੜੀ ਦੇ ਵਿੱਚ ਜਿੰਨਾ ਮਰਜ਼ੀ ਨਹਾਈ ਜਾਵੇ ਪਰ ਉਹਦੇ ਨਹਾਉਣ ਦਾ ਕੋਈ ਫਾਇਦਾ ਨਹੀਂ। ਕਿਉਂ? ਉਹ ਛਪੜੀ ਦੇ ਵਿੱਚ ਮਿੱਟੀ ਦੇ ਨਾਲ ਚਿਕੜੋ ਚਿਕੜ ਜ਼ਿਆਦਾ ਹੋ ਜਾਵੇਗਾ, ਦੂਣੀ ਮੈਲ ਲਾ ਲਵੇਗਾ। ਭਾਵ ਸਮਝਾਇਆ ਕਿ ਜੇਕਰ ਕੋਈ ਉਸ ਪਰਮਾਤਮਾ ਨੂੰ ਛੱਡ ਕੇ ਇਸ ਸੰਸਾਰ ਦੇ ਅੰਦਰ ਹੋਰ ਕਿਸੇ ਦੇ ਦਰ ਦੇ ਉੱਤੇ ਜਾ ਕੇ ਝੁਕਦਾ ਹੈ, ਹੋਰ ਕਿਸੇ ਦੇ ਮਨ ਦੇ ਅੰਦਰ ਲਾਲਸਾ ਰੱਖਦਾ ਹੈ, ਹੋਰ ਕਿਸੇ ਦੇ ਦਰ ਤੇ ਜਾਂਦਾ ਹੈ, ਕਹਿੰਦੇ ਭਾਈ ਉਹ ਇਸ ਸੰਸਾਰ ਦੇ ਅੰਦਰ ਛੱਪੜ ਦੇ ਵਿੱਚ ਨਹਾਉਂਦਾ ਪਿਆ ਤੇ ਉਹ ਫਿਰ ਸਾਰੀ ਉਮਰ ਆਪਣੇ ਅੰਦਰ ਵਿਕਾਰਾਂ ਦੀ ਮੈਲ ਲੈ ਕੇ ਜਿਉਂਦਾ ਹੈ। ਸੋ ਪਿਆਰ ਵਾਲਿਓ, ਕੋਸ਼ਿਸ਼ ਇਹ ਕਰੀਏ ਸਤਿਗੁਰਾਂ ਦੇ ਦਰ ਤੇ ਜਾਈਏ, ਆਈਏ ਕਰੀਏ, ਖੁਦ ਗੁਰਬਾਣੀ ਨੂੰ ਪੜ੍ਹੀਏ ਕਰੀਏ, ਗੁਰਬਾਣੀ ਨੂੰ ਵਿਚਾਰੀਏ ਕਰੀਏ, ਆਪਣੇ ਜੀਵਨ ਦਾ ਆਧਾਰ ਬਣਾ ਲਈਏ ਗੁਰਬਾਣੀ। ਤੇ ਜੋ ਗੁਰੂ ਉਪਦੇਸ਼ ਕਰੇ ਗੁਰੂ ਦੇ ਉਪਦੇਸ਼ ਨੂੰ ਸੱਤ ਕਰਕੇ ਮੰਨ ਲਈਏ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਵੀ ਸੰਸਾਰ ਉੱਤੇ ਆਇਆ ਹੋਇਆ ਜਿਹੜਾ ਜਨਮ ਹੈ ਸਫਲਾ ਹੋ ਸਕੇ। ਵਿਚਾਰਾਂ ਦੀ ਸਮਾਪਤੀ, ਸਮੇਂ ਦੀ ਸਮਾਪਤੀ। ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।